ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਡਾਕਟਰਸ ਡੇ ਦੇ ਮੌਕੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਤੇ ਮਿਲਵਾਉਣ ਜਾ ਰਹੇ ਹਾਂ ਡਾਕਟਰ ਰੋਹਿਤ ਮੋਦੀ ਜੀ ਦੇ ਨਾਲ, ਜੋ ਕਿ ਡੀਐਮ ਕਾਰਡੀਓਲੋਜੀ ਔਰ ਡਾਇਰੈਕਟਰ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ। ਡਾਕਟਰ ਰੋਹਿਤ ਮੋਦੀ ਦਿਲ ਦੇ ਮਰੀਜ਼ਾਂ ਲਈ ਇੱਕ ਵਰਦਾਨ ਨੇ। ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੇਵਾਵਾਂ ਦਿੱਤੀਆਂ ਗਈਆਂ। ਡਾਕਟਰਸ ਡੇ ਦੇ ਮੌਕੇ ਤੇ ਡਾਕਟਰ ਰੋਹਿਤ ਮੋਦੀ ਵੱਲੋਂ ਸਾਰੇ ਡਾਕਟਰਸ ਨੂੰ ਖੂਬ ਸਾਰੀਆਂ ਵਧਾਈਆਂ ਦਿੱਤੀਆਂ ਗਈਆਂ। ਆਓ ਕਰਦੇ ਹਾਂ ਗੱਲਬਾਤ ਡਾਕਟਰ ਰੋਹਿਤ ਮੋਦੀ ਜੀ ਦੇ ਨਾਲ। ਦਰਸ਼ਕੋ, ਹੈਲਥ ਪਲੱਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਔਨ ਦੀ ਈਵ ਆਫ ਡਾਕਟਰਸ ਡੇ ਅਸੀਂ ਆਏ ਹਾਂ ਡਾਕਟਰ ਰੋਹਿਤ ਮੋਦੀ, ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਂਜੀਓਗ੍ਰਾਫੀ ਕਰਕੇ, ਐਂਜੀਓਪਲਾਸਟੀ ਕਰਕੇ, ਐਕਮੋ ਕਰਕੇ ਬਹੁਤ ਸਾਰੇ ਪੇਸ਼ੈਂਟਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਔਨ ਡਾਕਟਰਸ ਡੇ ਸਾਡੇ ਚੈਨਲ ਤੇ। ਕੀ ਕਹਿਣਾ ਚਾਹੋਗੇ? थैंक यू वेरी मच जी। और डॉक्टर्स डे मेरा भी मेरी भी यही इच्छा है कि सबकी हैल्थ ठीक रहे, क्योंकि हैल्थ ही तो एक ऐसी चीज़ है जिहदे बिना असी अधूरे हाँ, असी कुछ भी नहीं कर सकते, सानू कुछ भी ठीक नहीं लग सकता, क्योंकि हैल्थ जिदा बोलिया गया है हेल्थ इज़ वेल्थ, दैट इज़ वेरी मच ट्रू। ਡਾਕਟਰ ਸਾਹਿਬ, ਦਿਲ ਦੇ ਰੋਗ ਜਿਹੜੇ ਹੈਗੇ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਰਹੇ ਆ, ਕੀ ਕਾਰਨ ਉਹਦਾ? ਇਹ ਤੁਹਾਡੀ ਬਿਲਕੁਲ ਠੀਕ ਆਬਜ਼ਰਵੇਸ਼ਨ ਹੈ ਕਿ ਦਿਲ ਦੇ ਰੋਗ ਦਿਨ ਪ੍ਰਤੀ ਦਿਨ ਵੱਧ ਰਹੇ ਹਨ। ਇਹ ਪ੍ਰਕਿਰਿਆ ਨਾ ਸਿਰਫ ਇੰਡੀਆ ਦੇ ਵਿੱਚ ਹੈ, ਇਹ ਸਾਰੇ ਵਰਲਡ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਦਿਲ ਦੇ ਰੋਗ ਵੱਧ ਰਹੇ ਹਨ। ਕੁਝ ਦੇਸ਼ਾਂ ਨੂੰ ਛੱਡ ਕੇ ਡਿਵੈਲਪਡ ਕੰਟਰੀਜ਼ ਜਿੱਦਾਂ ਅਮਰੀਕਾ ਹੈ ਜਾਂ ਯੂਰਪ ਹੈ, ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਪ੍ਰੀਵੈਂਟਿਵ ਮੈਜਰਸ ਲਿੱਤੇ ਹਨ, ਉਹਦੇ ਨਾਲ ਦਿਲ ਦੇ ਰੋਗ ਵੱਧ ਰਹੇ ਹਨ, ਪਰ ਉਹਦੀ ਵਧਣ ਦੀ ਦਰ ਘਟ ਗਈ ਹੈ, ਜੋ ਕਿ ਇਸ ਸਮੇਂ ਹਿੰਦੁਸਤਾਨ ਦੇ ਵਿੱਚ ਨਹੀਂ ਹੈ। ਸਾਡੇ ਹਿੰਦੁਸਤਾਨ ਦੇ ਵਿੱਚ ਉਸੇ ਦਰ ਨਾਲ ਜਾਂ ਉਸ ਤੋਂ ਜ਼ਿਆਦਾ ਦਰ ਦੇ ਨਾਲ ਦਿਲ ਦੇ ਰੋਗ ਜਿਹੜੇ ਹੈ ਵੱਧ ਰਹੇ ਹਨ। ਅਤੇ ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੋਟੇ ਤੌਰ 'ਤੇ ਦਿਲ ਦੇ ਰੋਗਾਂ ਦੇ ਕਈ ਕਾਰਨ ਹੁੰਦੇ ਹਨ। ਕੁਝ ਕਾਰਨ ਹਨ ਜਿਨ੍ਹਾਂ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਜੋ ਰੱਬ ਨੇ ਸਾਨੂੰ ਦਿੱਤਾ ਹੈ ਉਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਜਿਵੇਂ ਉਮਰ ਹੈ, ਵੱਧਦੀ ਉਮਰ ਦੇ ਨਾਲ ਇਹ ਪ੍ਰੋਬਲਮ ਜ਼ਿਆਦਾ ਹੁੰਦੀ ਹੈ। ਅਸੀਂ ਏਜਿੰਗ ਪ੍ਰੋਸੈਸ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਬਣੀ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਬਣੀ ਜਿਹਦੇ ਨਾਲ ਅਸੀਂ ਏਜਿੰਗ ਪ੍ਰੋਸੈਸ ਨੂੰ ਰਿਵਰਸ ਕਰ ਸਕੀਏ। ਇਸੇ ਤਰ੍ਹਾਂ ਮੇਲ ਸੈਕਸ ਹੈ, ਜਿਹੜੇ ਮਰਦ ਲੋਕ ਹੁੰਦੇ ਹਨ, ਉਹਨਾਂ ਵਿੱਚ ਇੱਕ ਜ਼ਿਆਦਾ ਟੈਂਡੈਂਸੀ ਹੁੰਦੀ ਹੈ ਇਹ ਕੋਰੋਨਰੀ ਆਰਟਰੀ ਡਿਜ਼ੀਜ਼ ਹੋਣ ਦੀ, ਅਤੇ ਉਹਨਾਂ ਦੇ ਵਿੱਚ ਇਹ ਜ਼ਿਆਦਾ ਪਾਈ ਗਈ ਹੈ। ਇਹਨਾਂ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਇਹ ਸਾਨੂੰ ਰੱਬ ਦਿੱਤੀ ਚੀਜ਼ ਹੈ। ਜਿਹੜੀਆਂ ਚੀਜ਼ਾਂ ਅਸੀਂ ਚੇਂਜ ਕਰ ਸਕਦੇ ਹਾਂ, ਜਿਵੇਂ ਪੇਸ਼ੈਂਟ ਨੂੰ ਬਲੱਡ ਪ੍ਰੈਸ਼ਰ ਹੋਣਾ, ਪੇਸ਼ੈਂਟ ਦਾ ਨਸ਼ੇ ਦੇ ਪਦਾਰਥ ਵਰਤੋਂ ਕਰਨੀ, ਜਿਵੇਂ ਕਿ ਸਮੋਕਿੰਗ ਹੈ, ਐਕਸੈਸਿਵ ਅਲਕੋਹਲ ਹੈ, ਜਾਂ ਮੈਰੀਜੋਹਾਨਾ ਹੈ, ਜਾਂ ਜਿਹੜੀਆਂ ਨਸ਼ੇ ਵਾਲੀਆਂ ਆਦਤਾਂ ਹੁੰਦੀਆਂ, ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਹਾਰਟ ਦੀ ਪ੍ਰੋਬਲਮ ਨੂੰ ਨਿਯੋਤਾ ਦਿੰਦੀਆਂ। ਬਲੱਡ ਪ੍ਰੈਸ਼ਰ ਹੈ, ਸ਼ੂਗਰ ਦੀ ਬਿਮਾਰੀ ਹੈ, ਤਾਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਬਿਮਾਰੀਆਂ ਜਿਵੇਂ ਮੋਟਾਪਾ ਹੈ ਜਾਂ ਲੈਕ ਆਫ ਫਿਜ਼ੀਕਲ ਐਕਟੀਵਿਟੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਅੱਗੇ ਹਾਰਟ ਦੀ ਬਿਮਾਰੀ ਜਿਹੜੀ ਹੈ ਵੱਧਦੀ ਹੈ। ਇਹਨਾਂ ਬਿਮਾਰੀਆਂ ਨੂੰ ਅਸੀਂ ਚੰਗੀ ਪ੍ਰਕਾਰ ਦੇਖ ਕੇ, ਚੰਗੇ ਪ੍ਰਕਾਰ ਡਾਇਗਨੋਸ ਕਰਕੇ ਅਸੀਂ ਇਹਨਾਂ ਦਾ ਇਲਾਜ ਕਰ ਸਕਦੇ ਹਾਂ ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਰਟ ਦੀ ਪ੍ਰੋਬਲਮ ਰੋਕ ਸਕਦੇ ਹਾਂ। ਇੱਕ ਗੱਲ ਮੈਂ ਇੱਥੇ ਕਹਿਣਾ ਚਾਹਾਂਗਾ, ਨਾ ਕੇਵਲ ਇਹ ਫਿਜ਼ੀਕਲ ਬਿਮਾਰੀਆਂ, ਪਰ ਇੱਕ ਮੈਂਟਲ ਪ੍ਰਵਿਰਤੀ ਦਾ ਬਹੁਤ ਵੱਡਾ ਰੋਲ ਹੈ ਹਾਰਟ ਦੀਆਂ ਡਿਜ਼ੀਜ਼ ਦੇ ਹੋਣ ਦੇ ਵਿੱਚ। ਜੇ ਅਸੀਂ ਆਪਣੇ ਦਿਲ ਦੇ ਵਿੱਚ ਚੰਗੇ ਵਿਚਾਰ ਰੱਖਦੇ ਹਾਂ, ਆਪਣੇ ਆਪ ਨੂੰ ਖੁਸ਼ ਰੱਖਦੇ ਹਾਂ, ਲੋਕਾਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਸਮਝਦੇ ਹਾਂ, ਇਹ ਸਾਰੇ ਜਿਹੜੇ ਕੁਆਲਿਟੀਜ਼ ਹੈਗੀਆਂ ਜੇ ਸਾਡੇ ਦਿਲ ਦੇ ਵਿੱਚ ਹੁੰਦੀਆਂ ਹੈ, ਉਹਨਾਂ ਆਦਮੀਆਂ ਨੂੰ ਮੈਂ ਦੇਖਿਆ ਹੈ, ਇੱਕ ਤਾਂ ਅਕਿਊਟ ਅਟੈਕ ਘੱਟ ਹੁੰਦਾ ਹੈ, ਦੂਜਾ ਇਹ ਬਿਮਾਰੀ ਵੀ ਘੱਟ ਹੁੰਦੀ ਹੈ। ਅਤੇ ਨਾ ਕੇਵਲ ਖਾਣ ਪੀਣ ਦਾ, ਕੋਲੈਸਟਰੋਲ ਦਾ ਇਫੈਕਟ ਜਿਹੜਾ ਆਉਂਦਾ ਹੈ, ਪਰ ਆਲਸੋ ਜਿਹੜੀ ਤੁਹਾਡੀ ਮਾਨਸਿਕ ਸਥਿਤੀ ਹੈ ਉਹ ਬੜੀ ਇੱਕ ਵੱਡੀ ਚੀਜ਼ ਹੈ, ਜਿਹੜੀ ਕਿ ਇਹ ਰੋਗ ਨੂੰ ਰੋਕਣ ਵਾਸਤੇ ਅਸੀਂ ਕਰ ਸਕਦੇ ਹਾਂ। ਡਾਕਟਰ ਸਾਹਿਬ, ਸ਼ੂਗਰ ਜਿੱਦਾਂ ਤੁਸੀਂ ਕਿਹਾ, ਡਾਕਟਰ ਸਾਹਿਬ ਸੁਣਿਆ ਗਿਆ ਕਿ ਸ਼ੂਗਰ ਦਾ ਅਤੇ ਬਲੱਡ ਪ੍ਰੈਸ਼ਰ ਦਾ ਘਿਓ ਖਿਚੜੀ ਦਾ ਰਿਸ਼ਤਾ ਹੈ, ਔਰ ਉਹਦੇ ਨਾਲ ਜਦੋਂ ਬੰਦੇ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਜਲਦੀ, ਕਿਉਂਕਿ ਉਹ ਨਮਕੀਨ ਚੀਜ਼ਾਂ ਦੇ ਉੱਤੇ ਵੀ ਜ਼ੋਰ ਦਿੰਦਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਹੈ ਕਿ ਬਲੱਡ ਪ੍ਰੈਸ਼ਰ, ਜਦੋਂ ਸ਼ੂਗਰ ਦੀ ਬਿਮਾਰੀ ਹੈ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਇਹ ਇੱਕ ਮਲਟੀ ਸਿਸਟਮ ਬਿਮਾਰੀਆਂ ਹਨ। ਸ਼ੂਗਰ ਦੀ ਬਿਮਾਰੀ ਦੇ ਵਿੱਚ ਇਨਸੂਲਿਨ
ਰੈਜ਼ਿਸਟੈਂਸ ਹੋ ਜਾਂਦੀ ਹੈ ਜਾਂ ਬੋਡੀ ਇਨਸੂਲਿਨ ਨੂੰ ਰਿਸਪੌਂਡ ਨਹੀਂ ਕਰਦੀ ਜਾਂ ਬੋਡੀ ਦੇ ਪੈਂਕਰੀਆਸ ਜਿਹੜਾ ਹੈ ਘੱਟ ਇਨਸੂਲਿਨ ਨੂੰ ਬਣਾਉਂਦਾ ਹੈ, ਜਿਹਦੇ ਨਾਲ ਨਾ ਕੇਵਲ ਹਾਰਟ 'ਤੇ ਇਫੈਕਟ ਪੈਂਦਾ ਹੈ ਬਲਕਿ ਸਰੀਰ ਦੇ ਸਾਰੇ ਅੰਗਾਂ 'ਤੇ ਇਫੈਕਟ ਪੈਂਦਾ ਹੈ, ਸਾਡੀਆਂ ਨਾੜੀਆਂ 'ਤੇ ਇਫੈਕਟ ਪੈਂਦਾ ਹੈ, ਜਿਹਦੇ ਨਾਲ ਬਲੱਡ ਪ੍ਰੈਸ਼ਰ ਅਲਟੀਮੇਟਲੀ ਬਲੱਡ ਪ੍ਰੈਸ਼ਰ ਵੀ ਹੋ ਜਾਂਦਾ ਹੈ। ਅਤੇ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਇਨਸੂਲਿਨ ਇੰਨਾ ਘਾਤਕ ਨਹੀਂ ਹੁੰਦਾ। ਜਿਹੜੇ ਇਨਸੂਲਿਨ ਦੇ ਮਰੀਜ਼ ਹੁੰਦੇ ਹਨ ਉਹਨਾਂ 'ਚ ਜੇ ਬਲੱਡ ਪ੍ਰੈਸ਼ਰ ਹੋ ਜਾਏ ਉਹ ਜ਼ਿਆਦਾ ਘਾਤਕ ਹੁੰਦਾ ਹੈ। ਇਸ ਕਰਕੇ ਦੋਨੋਂ ਬਿਮਾਰੀਆਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੀਆਂ ਹਨ ਅਤੇ ਦੋਨੋਂ ਇੱਕ ਦੂਜੇ ਨੂੰ ਵਧਾਉਂਦੀਆਂ ਹਨ ਅਤੇ ਦੋਨਾਂ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਡਾਕਟਰ ਸਾਹਿਬ, ਅੱਜ ਕੱਲ੍ਹ ਜਿਹੜੀਆਂ ਨਵੀਆਂ ਟੈਕਨੀਕਸ ਆ ਗਈਆਂ, ਜਿੱਦਾਂ ਸਟੰਟਿੰਗ ਆ ਗਈ, ਸਟੰਟਿੰਗ ਦੇ ਬਾਰੇ ਕੀ ਕਹਿਣਾ ਚਾਹੋਗੇ? ਸਟੰਟ ਪਾਉਣ ਦੀ ਕਦੋਂ ਲੋੜ ਪੈਂਦੀ ਹੈ? ਦੇਖੋ, ਇਸ ਤਰ੍ਹਾਂ ਹੈ ਕਿ ਮੋਟੇ ਤੌਰ 'ਤੇ ਅਸੀਂ ਜਿਹੜੀ ਬਲੋਕੇਜ ਹੁੰਦੀ ਹੈ ਉਹਨੂੰ ਦੋ ਬਿਮਾਰੀਆਂ 'ਚ ਡਿਵਾਈਡ ਕਰਦੇ ਹਾਂ। ਇੱਕ ਨੂੰ ਕਹਿੰਦੇ ਹਨ ਐਕਿਊਟ ਕੋਰੋਨਰੀ ਸਿੰਡਰੋਮ। ਐਕਿਊਟ ਕੋਰੋਨਰੀ ਸਿੰਡਰੋਮ ਹੈ ਜਿਹੜੀ ਕਿ ਇੱਕ ਐਮਰਜੈਂਸੀ ਹੈ, ਜਿਹਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਬਲੋਕੇਜ ਹੈ ਉਹ ਖੋਲ੍ਹ ਦੇਣੀ ਚਾਹੀਦੀ ਹੈ, ਨਹੀਂ ਤਾਂ ਜਾਨ 'ਤੇ ਵੀ ਖਤਰਾ ਬਣ ਸਕਦਾ ਹੈ। ਅਤੇ ਉਹ ਇੱਕ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਨੂੰ ਐਕਿਊਟ ਕੋਰੋਨਰੀ ਸਿੰਡਰੋਮ ਦੀ ਬਿਮਾਰੀ ਇੱਕਦਮ ਹੋਈ ਹੈ ਜਾਂ ਨਹੀਂ ਹੋਈ ਹੈ। ਤੁਹਾਨੂੰ ਕਿਸੇ ਪ੍ਰਕਾਰ ਦੇ ਵੀ ਲੱਛਣ ਲੱਗਦੇ ਹਨ, ਜਿਵੇਂ ਹਾਰਟ ਵਿੱਚ ਦਿਲ ਦੇ ਵਿੱਚ ਦਰਦ, ਛਾਤੀ ਵਿੱਚ ਦਰਦ, ਬਾਹਾਂ ਵਿੱਚ ਦਰਦ, ਜਵਾੜੇ ਵਿੱਚ ਦਰਦ, ਜਾਂ ਈਵਨ ਪੇਟ ਦੇ ਵਿੱਚ ਦਰਦ, ਜਾਂ ਵੋਮਿਟਿੰਗ ਹੋਣਾ, ਜਾਂ ਸਾਹ ਫੁੱਲਣਾ, ਸਾਹ ਹੋਣਾ, ਜਾਂ ਚੱਲਣ ਦੇ ਨਾਲ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਣ ਦੇ ਨਾਲ ਵੱਧਦੀਆਂ ਹਨ। ਜਦੋਂ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਤਾਂ ਸਾਹ ਵੀ ਜ਼ਿਆਦਾ ਚੱਲਣ 'ਤੇ ਆਉਂਦਾ ਹੈ ਅਤੇ ਜਿਹੜੀ ਛਾਤੀ ਦਰਦ ਹੈ ਉਹ ਵੀ ਜ਼ਿਆਦਾ ਚੱਲਣ 'ਤੇ ਆਉਂਦਾ ਹੈ। ਇਹਨਾਂ ਤੋਂ ਇਲਾਵਾ ਚੱਕਰ ਆਉਣੇ, ਬੇਹੋਸ਼ੀ ਆ ਜਾਣੀ, ਉਲਟੀ ਆਉਣੀ, ਪੇਟ 'ਚ ਦਰਦ ਹੋਣਾ, ਇਹ ਸਾਰੇ ਸਿੰਪਟਮ ਜਿਹੜੇ ਹੁੰਦੇ ਨੇ, ਅਸੀਂ ਇਹ ਨਹੀਂ ਸੋਚਣਾ ਕਿ ਸਾਨੂੰ ਐਸਿਡਿਟੀ ਹੋ ਗਈ। ਇੱਕ ਡਾਕਟਰ ਨੂੰ ਮਿਲ ਕੇ ਉਹਨੂੰ ਸੁਲਝਾਉਣਾ ਹੈ। ਜੇ ਜਿੱਦਾਂ ਮੈਂ ਤੁਹਾਨੂੰ ਦੱਸਿਆ, ਇਹ ਤੁਹਾਨੂੰ ਖਤਰਨਾਕ ਬਿਮਾਰੀ ਹੋ ਸਕਦੀ ਹੈ ਜਿਹਨੂੰ ਕਿ ਐਕਿਊਟ ਕੋਰੋਨਰੀ ਸਿੰਡਰੋਮ ਕਿਹਾ ਜਾਂਦਾ ਹੈ। ਇਹ ਜਦ ਤੱਕ ਤੁਸੀਂ ਡਾਕਟਰ ਨੂੰ ਨਹੀਂ ਦਿਖਾਓਗੇ, ਕੁਝ ਟੈਸਟ ਨਹੀਂ ਕਰਾਂਗੇ, ਉਸ ਤੋਂ ਬਿਨਾਂ ਨਹੀਂ ਪਤਾ ਲੱਗਦਾ ਹੈ। ਉਸੀ ਤਰ੍ਹਾਂ ਦੂਸਰਾ ਸਿੰਡਰਮ ਜੋ ਕਿ ਥੋੜਾ ਜਿਹਾ ਸਟੇਬਲ ਹੁੰਦਾ ਹੈ, ਲੇਕਿਨ ਉਹਨੂੰ ਵੀ ਅੱਜ ਕੱਲ੍ਹ ਸਿੰਡਰਮ ਦਾ ਨਾਮ ਦਿੱਤਾ ਗਿਆ ਹੈ। ਉਹਨੂੰ ਕਿਹਾ ਜਾਂਦਾ ਹੈ ਕਰੋਨਿਕ ਸਿੰਡਰੋਮ। ਕਰੋਨਿਕ ਸਿੰਡਰੋਮ ਦੇ ਵਿੱਚ ਇਹ ਹੁੰਦਾ ਹੈ ਕਿ ਮਰੀਜ਼ ਦੇ ਅੰਦਰ ਬਲੋਕੇਜ ਹੁੰਦੀ ਹੈ, ਪਰ ਮਰੀਜ਼ ਫਿਲਹਾਲ ਸਟੇਬਲ ਹੁੰਦਾ ਹੈ। ਹੋ ਸਕਦਾ ਹੈ ਉਹਨੂੰ ਕੁਝ ਬਹੁਤ ਐਗਜ਼ਰਸ਼ਨ ਕਰਨ 'ਤੇ ਜਾਂ ਬਿਲਕੁਲ ਬਹੁਤ ਜ਼ਿਆਦਾ ਹੈਵੀ ਵਰਕ ਕਰਨ 'ਤੇ ਦਿੱਕਤ ਹੋਵੇ, ਪਰ ਇਸ ਤਰ੍ਹਾਂ ਦੇ ਮਰੀਜ਼ ਵੀ ਡਿਟੈਕਟ ਹੋਣੇ ਚਾਹੀਦੇ ਹੈ, ਕਿਉਂਕਿ ਜਿਹੜਾ ਇਹ ਸਿੰਡਰਮ ਹੈ ਇਹ ਡਾਇਨਾਮਿਕ ਪ੍ਰੋਸੈਸ ਹੈ। ਇੱਕ ਜਿਹੜਾ ਸਟੇਬਲ ਪੇਸ਼ੈਂਟ ਹੈ ਉਹ ਕਦੀ ਵੀ ਅਨਸਟੇਬਲ ਬਣ ਸਕਦਾ ਹੈ। ਜਿਵੇਂ ਤੁਸੀਂ ਦੇਖਦੇ ਹੋ ਪਹਾੜ, ਇੱਕ ਮਾਊਂਟੇਨ ਦੇ ਵਿੱਚ ਕੁਛ ਨਹੀਂ ਹੁੰਦਾ, ਬੜੀ ਅੱਛੀ ਮਾਊਂਟੇਨ ਤੁਸੀਂ ਦੇਖਦੇ ਹੋ, ਰੋਜ਼ ਤਸਵੀਰ ਲੈਂਦੇ ਹੋ ਉਸ ਮਾਊਂਟੇਨ ਦੀ, ਇੱਕ ਦਿਨ ਦੇਖਦੇ ਹੋ ਅਚਾਨਕ ਉਹਦੇ ਵਿੱਚ ਜਵਾਲਾਮੁਖੀ ਫੁੱਟ ਜਾਂਦਾ ਹੈ। ਉਹ ਇਸੀ ਤਰ੍ਹਾਂ ਜਿਹੜਾ ਕਰੋਨਿਕ ਮਰੀਜ਼ ਹੁੰਦਾ ਹੈ ਉਹਨੂੰ ਅਸੀਂ ਬਚਾਉਣਾ ਹੈ, ਕਿਉਂਕਿ ਸਾਨੂੰ ਨਹੀਂ ਪਤਾ ਕਿ ਉਹਦੇ ਜਿਹੜੀ ਕੋਰਨਰੀ ਰੂਪੀ ਪਹਾੜ ਹੈ ਉਹਦੇ ਵਿੱਚ ਜਵਾਲਾਮੁਖੀ ਕਦੋਂ ਫੁੱਟ ਜਾਏਗੀ। ਤਾਂ ਇਸ ਕਰਕੇ ਕਰੋਨਿਕ ਸਟੇਬਲ ਜਿਹੜਾ ਪੇਸ਼ੈਂਟ ਹੈ ਉਹਨੂੰ ਵੀ ਪੂਰੀ ਇਹਤਿਆਤ ਅਤੇ ਪੂਰੇ ਟ੍ਰੀਟਮੈਂਟ ਲੈਣੇ ਚਾਹੀਦੇ ਹੈ। ਤਾਂ ਇਹ ਦੋ ਪ੍ਰਕਾਰ ਦੇ ਜਿਹੜੇ ਸਿੰਡਰਮ ਹੈ ਇਹਨਾਂ ਦੇ ਇਲਾਜ ਥੋੜ੍ਹੇ ਫਰਕ ਹਨ, ਪਰ ਮੇਨ ਤੌਰ 'ਤੇ ਇੱਕ ਸਿੰਡਰਮ ਦੂਜੇ ਸਿੰਡਰਮ ਤਬਦੀਲ ਹੋ ਸਕਦਾ ਹੈ। ਜੇ ਅਸੀਂ ਐਕਿਊਟ ਸਿੰਡਰਮ ਨੂੰ ਅੱਛੀ ਤਰ੍ਹਾਂ ਟ੍ਰੀਟ ਕਰੀਏ, ਅੱਛੀ ਤਰ੍ਹਾਂ ਉਹਦਾ ਇਲਾਜ ਕਰੀਏ, ਉਹ ਕਰੋਨਿਕ ਦੇ ਵਿੱਚ ਸਟੇਬਲ ਫੇਜ਼ ਦੇ ਵਿੱਚ ਜਾ ਸਕਦਾ ਹੈ। ਜੇ ਸਟੇਬਲ ਫੇਜ਼ ਦਾ ਅਸੀਂ ਧਿਆਨ ਨਾ ਰੱਖੀਏ ਉਹ ਮੁੜ ਕੇ ਐਕਿਊਟ ਫੇਜ਼ ਦੇ ਵਿੱਚ ਜਾ ਸਕਦਾ ਹੈ। ਤਾਂ ਇਸ ਕਰਕੇ ਖੁਸ਼ ਹੋਣ ਦੀ ਜ਼ਰੂਰਤ ਨਹੀਂ ਕਿ ਮੇਰਾ ਸਿੰਡਰਮ ਜਿਹੜਾ ਹੈ ਕਰੋਨਿਕ ਹੈ। ਇਹਤਿਆਤ ਲੈਣ ਦੀ ਜ਼ਰੂਰਤ ਹੈ, ਡਰਨ ਦੀ ਵੀ ਜ਼ਰੂਰਤ ਨਹੀਂ ਹੈ, ਇਹਤਿਆਤ ਲੈਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਕੀ ਜਿਹੜਾ ਹਰੇਕ ਬਲੋਕੇਜ ਵਾਲਾ ਬੰਦਾ ਉਹਨੂੰ ਸਟੰਟ ਦੀ ਲੋੜ ਹੈ? ਦੇਖੋ, ਇਸ ਤਰ੍ਹਾਂ ਹੈ, ਬਲੋਕੇਜ ਅਸੀਂ ਉਹਦੀ ਸਿਗਨੀਫੀਕੈਂਸ ਲੱਭਦੇ ਹਾਂ। ਜਿਹੜੀ ਬਲੋਕੇਜ ਹੈ 40 ਤੋਂ 50% ਵੀ ਹੋ ਸਕਦੀ ਹੈ, ਅਤੇ ਪੇਸ਼ੈਂਟਸ ਨੂੰ ਅਗਰ ਇਹਦੇ ਨਾਲ ਐਂਜਾਈਨਾ ਹੈ, ਜਿਹਨੂੰ ਹਾਰਟ ਛਾਤੀ ਦਰਦ ਕਹਿੰਦੇ ਹਨ, ਤਾਂ ਉਹਨਾਂ ਨੂੰ ਅਸੀਂ ਇਸ ਸਮੇਂ ਜਿਹੜੀ ਸਾਡੀ ਸਾਇੰਸ ਹੈ ਉਹ ਕਹਿੰਦੀ ਹੈ ਕਿ ਉਹਨਾਂ ਨੂੰ ਸਟੈਂਟਿੰਗ ਕਰਨੀ ਚਾਹੀਦੀ ਹੈ। ਇਸੀ ਤਰ੍ਹਾਂ ਜਾਂ ਬਲੋਕੇਜ ਬਹੁਤ ਜ਼ਿਆਦਾ ਹੈ, ਜਿਵੇਂ 90% ਤੋਂ ਉੱਤੇ ਬਲੋਕੇਜ ਹੈ, ਉਹਦੇ ਵਿੱਚ ਸਟੈਂਟਿੰਗ ਕਰਨੀ ਚਾਹੀਦੀ ਹੈ ਐਪਰੋਪ੍ਰੀਏਟ ਬੰਦੇ ਨੂੰ। ਜਾਂ ਜਿਵੇਂ ਐਂਜਾਈਨਾ ਹੈ ਤਾਂ ਸਿਰਫ 40-50% ਵੀ 50% ਲਈ ਜਾਂਦੀ ਹੈ। ਅਗਰ ਡੈਫੀਨੇਟ ਐਂਜਾਈਨਾ ਹੈ ਜਾਂ ਅਸੀਂ ਡੈਮੋਸਟ੍ਰੇਟ ਕਰ ਸਕੀਏ ਕਿ ਇਹਦੇ ਵਿੱਚ ਇਸਚੀਮੀਆ ਹੋ ਰਿਹਾ ਹੈ, ਬਲੱਡ ਦੀ ਸਪਲਾਈ ਘੱਟ ਰਹੀ ਹੈ ਵਿਦ ਐਕਸਰਸਾਈਜ਼, ਜਾਂ ਅੱਜ ਕੱਲ੍ਹ ਕੈਥ ਲੈਬ ਦੇ ਵਿੱਚ ਵੀ ਫਿਜ਼ੀਓਲੋਜੀਕਲ ਸਟੱਡੀਜ਼ ਆ ਗਈਆਂ ਹਨ ਜਿਹਨੂੰ FFR ਕਹਿੰਦੇ ਹਨ ਜਾਂ IFR ਕਹਿੰਦੇ ਹਨ, ਜਿਹਦੇ ਵਿੱਚ ਅਸੀਂ ਕੋਰਨਰੀਜ਼ ਦੇ ਵਿੱਚ ਲੀਅਰ ਦੇ ਉੱਤੇ ਤਾਰ ਪਾ ਕੇ ਉਹਦੇ ਉੱਤੇ ਟਰਾਂਸਡਿਊਸਰ ਲੱਗਾ ਹੁੰਦਾ ਹੈ,
ਉਹ ਉਸ ਦੇ ਪ੍ਰੈਸ਼ਰ ਨੂੰ ਮੇਜਰ ਕਰਦਾ ਹੈ ਤੇ ਅਸੀਂ ਉਹ ਲੀਅਮ ਦੇ ਅਕ੍ਰੋਸ ਪ੍ਰੈਸ਼ਰ ਗ੍ਰੇਡੀਐਂਟ ਮੇਜਰ ਕਰਦੇ ਹਾਂ ਤੇ ਉਹਦੇ ਨਾਲ ਅਸੀਂ ਦੱਸ ਸਕਦੇ ਹਾਂ ਕਿ ਇਹ ਲੀਅਮ ਦੇ ਵਿੱਚ ਸਟੈਂਟ ਪੈਣਾ ਚਾਹੀਦਾ ਹੈ ਜਾਂ ਨਹੀਂ ਪੈਣਾ ਚਾਹੀਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਚਾਹੇ ਜਿਹੜੇ ਤਾਂ ਐਕਿਊਟ ਕੋਰੋਨਰੀ ਸਿੰਡਰੋਮ ਦੇ ਪੇਸ਼ੈਂਟ ਹਨ ਉਹਨਾਂ ਵਿੱਚ ਤਾਂ ਜਲਦੀ ਹੀ ਸਟੈਂਟ ਪੈ ਜਾਣਾ ਚਾਹੀਦਾ ਹੈ। ਜਿਹੜੇ ਕ੍ਰੋਨਿਕ ਸਟੇਬਲ ਐਂਜਾਈਨਾ ਦੇ ਪੇਸ਼ੈਂਟ ਹਨ ਉਹਨਾਂ ਵਿੱਚ ਅਗਰ IFR, FFR ਜਿਹੜੇ ਕਿ ਮੈਂ ਤੁਹਾਨੂੰ ਦੱਸਿਆ ਫਿਜ਼ੀਓਲੋਜੀਕਲ ਟੈਸਟ ਜਾਂ ਇਸਚੀਮੀਆ ਡੈਮੋਸਟ੍ਰੇਬਲ ਹੈ ਤਾਂ ਲੀਅਨ ਘੱਟ ਵੀ ਹੈ ਤਾਂ ਵੀ ਉਹਨਾਂ ਵਿੱਚ ਇਹ ਦੇਖਿਆ ਗਿਆ ਹੈ ਜਦੋਂ ਸਟੈਂਟ ਪਾਇਆ ਜਾਂਦਾ ਹੈ ਉਹ ਬਿਹਤਰ ਫੇਅਰ ਕਰਦੇ ਆ ਦੈਨ ਉਹ ਪੇਸ਼ੈਂਟ ਜਿਨ੍ਹਾਂ 'ਚ ਸਟੈਂਟ ਨਹੀਂ ਪਾਇਆ ਜਾਂਦਾ। ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਹੈ ਕਿ ਕ੍ਰੋਨਿਕ ਸਟੇਬਲ ਐਂਜਾਈਨਾ ਜਾਂ ਕ੍ਰੋਨਿਕ ਸਿੰਡਰੋਮ ਵਾਲੇ ਪੇਸ਼ੈਂਟ ਵੀ ਪਤਾ ਨਹੀਂ ਲੱਗਦਾ ਕਦੋਂ ਉਹ ਐਕਿਊਟ ਫੇਜ਼ ਦੇ ਵਿੱਚ ਕਰੀਬ ਕਰ ਜਾਂਦੇ। ਡਾਕਟਰ ਸਾਹਿਬ ਸਾਨੂੰ ਦੱਸੋ ਕਿ ਅੱਜ ਜਿਹੜੇ ਇਹ ਸਟੰਟਿੰਗ ਹੈ ਇਹਦੇ ਵਿੱਚ ਵੀ ਨਵੀਆਂ ਟੈਕਨੀਕਸ ਜਿਹੜੀਆਂ ਹੋਰ ਆ ਗਈਆਂ। ਬਿਲਕੁਲ ਜੀ, ਮੈਨੂੰ ਹੁਣ 22-23 ਸਾਲ ਹੋ ਗਏ ਆ ਸਟੈਂਟਾਂ ਦੇ ਨਾਲ ਕੰਮ ਕਰਦੇ ਹੋਏ। ਉਹਦੇ ਵਿੱਚ ਮੈਂ ਘੱਟੋ ਘੱਟ ਨਹੀਂ ਤਾਂ 10,000 ਐਂਜੀਓਪਲਾਸਟੀਆਂ ਕਰ ਚੁੱਕਿਆ ਹਾਂ ਹੁਣ ਤੱਕ। ਉਹਦੇ ਵਿੱਚ ਜਿਹੜਾ 20 ਸਾਲ ਪਹਿਲੇ ਸਾਡੇ ਕੋਲ ਸਟੈਂਟਸ ਦੀਆਂ ਟਾਈਪਸ ਅਵੇਲੇਬਲ ਸੀ ਤੇ ਜਿਹੜੀ ਔਜ਼ਾਰ ਅਵੇਲੇਬਲ ਸੀ ਉਹਨਾਂ ਦੇ ਵਿੱਚ ਕਾਫੀ ਫਰਕ ਹੁਣ ਆ ਗਿਆ ਹੈ। ਹੁਣ ਬੜਾ ਸੌਖੇ ਤਰੀਕੇ ਦੇ ਨਾਲ ਇੱਕ ਘੱਟ ਟ੍ਰੇਨਡ ਬੰਦਾ ਐਂਜੀਓਪਲਾਸਟੀ ਕਰ ਸਕਦਾ ਹੈ, ਬਿਨਾਂ ਕੰਪਲਿਕੇਸ਼ਨਸ ਦੇ ਕਰ ਸਕਦਾ ਹੈ, ਕਿਉਂਕਿ ਔਜ਼ਾਰਾਂ ਵਿੱਚ ਬੜਾ ਫਰਕ ਹੈ। ਸ਼ੁਰੂ ਦੇ ਵਿੱਚ ਸਿਰਫ ਬਲੂਨ ਹੋਇਆ ਕਰਦੇ ਸੀ, ਫਿਰ ਬੇਅਰ ਮੈਟਲ ਸਟੈਂਟ ਆਏ, ਫਿਰ ਉਸ ਤੋਂ ਬਾਅਦ ਡਰਗ ਲੂਟਿੰਗ ਸਟੈਂਟ ਆਏ। ਡਰਗ ਲੂਟਿੰਗ ਸਟੈਂਟ ਦੇ ਨਾਲ ਜਿਹੜਾ ਹੈ ਰੀਬਲੋਕੇਜ ਦਾ ਦਰ ਹੋਰ ਘਟ ਗਈ। ਫਿਰ ਨਵੀਆਂ ਇਮੇਜਿੰਗ ਟੈਕਨੀਕਸ ਆਈਆਂ ਜਿੱਦਾਂ ਇੰਟਰਾਵਾਸਕੂਲਰ ਅਲਟਰਾਸਾਊਂਡ ਹੈ ਜਾਂ OCT ਹੈ। ਉਹਦੇ ਨਾਲ ਅਸੀਂ ਸਟੈਂਟਸ ਜਿਹੜੇ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਆਪਟੀਮਾਈਜ਼ ਕਰਕੇ ਪਾਉਣ ਲੱਗ ਗਏ। ਫਿਰ ਸਾਡੇ ਨਾਲ ਫਿਜ਼ੀਓਲੋਜੀ ਆਈ ਜਿਹਨੂੰ ਕਿ IFR, FFR ਕਹਿੰਦੇ ਹਨ। ਫਿਰ ਅਸੀਂ ਦੇਖਣ ਲੱਗੇ ਕਿ ਜਿਹੜੇ ਅਸੀਂ ਸਟੈਂਟ ਪਾਏ ਸੀ ਕਿ ਉਹਦੇ ਨਾਲ ਡਿਜ਼ਾਇਰੇਬਲ ਰਿਜ਼ਲਟਸ ਆਏ ਜਾਂ ਨਹੀਂ ਆਏ। IFR ਜਾਂ ਉਹਨਾਂ ਵਿੱਚ ਸਟੈਂਟ ਪਾਣੀ ਚਾਹੀਦੇ ਜਾਂ ਨਹੀਂ ਪਾਣੀ ਚਾਹੀਦੇ, ਉਹ ਸਾਨੂੰ IFR, FFR ਦੇ ਨਾਲ ਪਤਾ ਲੱਗਦਾ ਹੈ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਜਿਹੜੀਆਂ ਆਈਆਂ ਹਨ ਉਹਦੇ ਨਾਲ ਜਿਹੜਾ ਹੈ ਸਾਡੀ ਸਟੈਂਟ ਪਾਉਣ ਦਾ ਤਰੀਕਾ ਬਦਲਿਆ ਹੈ। ਸਟੈਂਟ ਪਾਉਣ ਦਾ ਤਰੀਕਾ ਇਸ ਤਰ੍ਹਾਂ ਬਦਲਿਆ ਹੈ ਕਿ ਜੇ ਸਟੈਂਟ ਪਾਉਣ ਤੋਂ ਬਾਅਦ ਜਿਹੜੀਆਂ ਕੰਪਲਿਕੇਸ਼ਨਸ ਸਟੈਂਟ ਪਾਉਣ ਕਰਕੇ ਹੁੰਦੀਆਂ ਸਨ ਉਹ ਬਹੁਤ ਸਮੇਂ ਬਹੁਤ ਘਟ ਗਈਆਂ ਹਨ, ਕਿਉਂਕਿ ਅਸੀਂ ਇਹਨਾਂ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਾਂ। ਦੱਸਾਂ ਕਿ ਸਟੰਟਿੰਗ ਤੋਂ ਬਾਅਦ ਜਿਹੜਾ ਆਮ ਆਦਮੀ ਹੈ ਜਿਹੜਾ ਹੈਗਾ ਉਹ ਵੀ ਐਨਰਜੈਟਿਕ ਤਰੀਕੇ ਦੇ ਨਾਲ ਆਪਦਾ ਕੰਮ ਕਰ ਸਕਦਾ, ਉਵੇਂ ਆਪਣੀ ਜ਼ਿੰਦਗੀ ਨੂੰ ਇੱਕ ਆਮ ਨਾਰਮਲ ਬੰਦੇ ਦੀ ਤਰ੍ਹਾਂ ਲੀਡ ਕਰ ਸਕਦਾ ਜ਼ਿੰਦਗੀ। ਦੇਖੋ, ਇਹ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ ਹੈ, ਕਿਉਂਕਿ ਬਹੁਤ ਸਾਰੇ ਲੋਕ ਇਹ ਪੁੱਛਦੇ ਹਨ ਕਿ ਹੁਣ ਮੇਰੇ ਸਟੈਂਟ ਪੈ ਜਾਣਾ ਹੈ ਤੇ ਕਿਤੇ ਮੈਂ ਬੈੱਡ ਰਿਡਨ ਨਾ ਹੋ ਜਾਵਾਂ। ਇਹ ਬਿਲਕੁਲ ਇੱਕ ਮਿੱਥਿਆ ਕਹਿ ਸਕਦੇ ਹੋ, ਕਿਉਂਕਿ ਸਟੈਂਟ ਪਾਉਣ ਦੇ ਨਾਲ ਕੋਰੋਨਰੀ ਆਰਟਰੀ ਫਲੋ ਵੱਧਦਾ ਹੈ, ਜਿਹੜੀ ਬਲੋਕੇਜ ਹੈ ਉਹ ਬਾਈਪਾਸ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪੇਸ਼ੈਂਟ ਜ਼ਿਆਦਾ ਐਨਰਜੈਟਿਕ ਫੀਲ ਕਰਦਾ ਹੈ। ਉਹਦੇ ਜਿਹੜੇ ਸਿੰਪਟਮ ਜਿਹੜੇ ਐਂਜਾਈਨਾ ਦੇ ਹੁੰਦੇ ਜਾਂ ਬ੍ਰੈਥਲੈਸਨੈਸ ਦੇ ਹੁੰਦੇ ਆ ਉਹ ਘੱਟ ਜਾਂਦੇ ਆ। ਈਵਨ ਜਦੋਂ ਪੇਸ਼ੈਂਟ ਐਗਜ਼ਰਸ਼ਨ ਕਰਦਾ ਹੈ ਤੇ ਉਹਨੂੰ ਜਿਹੜੀ ਹੈ ਤਕਲੀਫ ਘੱਟ ਹੁੰਦੀ ਹੈ। ਤੇ ਅੱਜ ਕੱਲ੍ਹ ਜਿਹੜੇ ਸਟੈਂਟ ਯੂਜ਼ ਕੀਤੇ ਜਾਂਦੇ ਹਨ ਉਹਦੇ ਵਿੱਚ ਮੇਰੇ ਹਿਸਾਬ ਨਾਲ ਸਿੰਪਟਮਸ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ, ਪੇਸ਼ੈਂਟ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ, ਪੇਸ਼ੈਂਟ ਚੰਗਾ ਜ਼ਿਆਦਾ ਫੀਲ ਕਰਦਾ ਹੈ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਦੂਜਾ, ਜਿਹੜੇ ਸਟੈਂਟ ਜਿਹੜੇ ਬਣੇ ਹੁੰਦੇ ਆ ਸਟੇਨਲੈਸ ਸਟੀਲ ਦੇ, ਕੋਬਾਲਟ ਕ੍ਰੋਮੀਅਮ, ਬੜੀ ਇਨਰਟ ਮਟੀਰੀਅਲ ਹੁੰਦਾ ਜਿਹੜੇ ਬੋਡੀ ਦੇ ਅੰਦਰ ਰਹਿੰਦਾ ਹੈ, ਇਹ ਕੋਈ ਰਿਐਕਸ਼ਨ ਨਹੀਂ ਕਰਦਾ। ਛੋਟੀ ਮੋਟੀ ਬਹੁਤ ਰੇਅਰਲੀ ਇਨਫੈਕਸ਼ਨ ਦੇਖੀ ਗਈ ਹੈ, ਪਰ ਅਗਰ ਪ੍ਰੀਕਾਸ਼ਨਸ ਲਈਆਂ ਜਾਣ ਤਾਂ ਉਹ ਜਿਹੜੀ ਹੈ ਇਨਫੈਕਸ਼ਨ ਰੇਟ ਬਹੁਤ ਘੱਟ ਹੈ। ਤੇ ਮੇਰੇ ਖਿਆਲ 'ਚ ਸਾਰੇ ਕਾਰਡੀਓਲੋਜਿਸਟ ਮੇਰੇ ਨਾਲ ਸਹਿਮਤੀ ਦੇਣਗੇ ਕਿ ਜਿਹੜੇ ਤਕਨੀਕ ਦੇ ਨਾਲ ਔਰ ਜਿੱਦਾਂ ਦੇ ਸਟਰਲਾਈਜ਼ ਸਟੈਂਟ ਅਸੀਂ ਯੂਜ਼ ਕਰਦੇ ਹਾਂ ਆਲਮੋਸਟ ਇਨਫੈਕਸ਼ਨ ਦੀ ਕੰਪਲਿਕੇਸ਼ਨ ਮੇਰੀ ਨਿਗਾਹ ਦੇ ਵਿੱਚ ਤੋਂ ਬਾਹਰ ਹੈ। ਅਤੇ ਦੂਜੀ ਗੱਲ ਇਹ ਹੈ, ਕੁਝ ਲੋਕਾਂ ਨੂੰ ਸਟੈਂਟ ਪਾਉਣ ਤੋਂ ਬਾਅਦ ਸਾਈਕੋਲੋਜੀਕਲ ਹੋ ਜਾਂਦਾ ਕਿ ਸਾਨੂੰ ਫਟੀਗ ਹੋ ਰਹੀ ਹੈ। ਆਫ ਕੋਰਸ ਸਟੈਂਟ ਪਾਉਣ ਦੇ ਨਾਲ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਹਦੇ ਨਾਲ ਪੇਸ਼ੈਂਟ ਥੋੜ੍ਹੇ ਸਮੇਂ ਵਾਸਤੇ ਹਲਕਾ ਜਿਹਾ ਕਮਜ਼ੋਰੀ ਮਹਿਸੂਸ ਕਰ ਸਕਦਾ ਹੈ, ਪਰ ਇਹ ਲੌਂਗ ਟਰਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਹੀਂ। ਮੈਂ ਰਾਦਰ ਕਹਾਂਗਾ ਪੇਸ਼ੈਂਟ ਜ਼ਿਆਦਾ ਚੁਸਤ ਤੇ ਐਕਟਿਵ ਮਹਿਸੂਸ ਕਰਦਾ ਹੈ। ਡਾਕਟਰ ਸਾਹਿਬ ਤੁਹਾਡਾ ਧੰਨਵਾਦ ਸਾਨੂੰ ਸਮਾਂ ਦੇਣ ਲਈ। ਤੁਹਾਡਾ ਕੀ ਮੈਸੇਜ ਹੋਊਗਾ ਸਾਡੇ ਦਰਸ਼ਕਾਂ ਨੂੰ?
ਦੇਖੋ, ਮੈਨੂੰ ਤੁਸੀਂ ਇੱਕ ਮੌਕਾ ਦਿੱਤਾ ਹੈ ਅੱਜ ਬੋਲਣ ਦਾ, ਤਾਂ ਮੇਰਾ ਮੇਨ ਮੰਤਵ ਜਿਹੜਾ ਹੈ ਅੱਜ ਦੀ ਟਾਕ ਦੇ ਵਿੱਚ ਸਭ ਨੂੰ ਜਾਗਰੂਕ ਕਰਨਾ ਹੈ ਹਾਰਟ ਦੀ ਬਿਮਾਰੀ ਬਾਰੇ, ਕਿ ਹਾਰਟ ਦੀ ਬਿਮਾਰੀ ਇੱਕ ਐਸੀ ਬਿਮਾਰੀ ਹੈ ਜਿਸ ਦੇ ਵਾਸਤੇ ਅੱਜ ਕੱਲ੍ਹ ਮਾਡਰਨ ਇਲਾਜ ਜਿਹੜੇ ਹੈ ਬਹੁਤ ਅੱਗੇ ਤੱਕ ਪਹੁੰਚ ਗਏ ਹਨ। ਮੇਰਾ ਇਹੀ ਰਾਏ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਜ਼ਿਆਦਾ ਜ਼ੋਰ ਦਈਏ। ਜਿਵੇਂ ਮੈਂ ਕਿਹਾ ਸੀ ਕਿ ਕਾਰਨ ਕੀ ਹੈ ਹਾਰਟ ਦੀ ਬਿਮਾਰੀ ਦੇ, ਉਹਨਾਂ ਤੇ ਜ਼ਿਆਦਾ ਜ਼ੋਰ ਦਈਏ ਤੇ ਇਸ ਬਿਮਾਰੀ ਨੂੰ ਹੋਣ ਹੀ ਨਾ ਦਈਏ। ਲੇਕਿਨ ਫਿਰ ਵੀ ਅਗਰ ਕਿਸੇ ਨੂੰ ਇਹ ਬਿਮਾਰੀ ਅਨਫੋਰਚੂਨੇਟਲੀ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਇਸ ਬਿਮਾਰੀ ਦੇ ਅਖੀਰ ਤੱਕ ਇਲਾਜ ਹਨ। ਬਹੁਤ ਲੇਟ ਸਟੇਜ ਦੇ ਵਿੱਚ ਸਾਡੇ ਕੋਲ ਲੋਕ ਆਉਂਦੇ ਹਨ, ਅਸੀਂ ਫਿਰ ਵੀ ਉਹਨਾਂ ਦਾ ਇਲਾਜ ਕਰਦੇ ਹਾਂ, ਫਿਰ ਵੀ ਉਹਨਾਂ ਨੂੰ ਬਚਾਉਂਦੇ ਹਾਂ, ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹਨ, ਬਹੁਤ ਸਾਰੀ ਟੈਕਨੋਲੋਜੀ ਹੈ ਜਿਹੜੀ ਕਿ ਇਸ ਡਿਜ਼ੀਜ਼ ਨੂੰ ਠੀਕ ਕਰਨ ਵਾਸਤੇ ਸਪੋਰਟ ਕਰਦੀ ਹੈ। ਇਸ ਕਰਕੇ ਕਿਸੇ ਨੂੰ ਵੀ ਪਹਿਲਾਂ ਮੇਰੀ ਇੱਛਾ ਹੈ ਕਿ ਕਿਸੇ ਨੂੰ ਇਹ ਬਿਮਾਰੀ ਹੋਵੇ ਨਾ, ਪ੍ਰੀਵੈਂਸ਼ਨ ਤੇ ਧਿਆਨ ਰੱਖੋ। ਜੇ ਅਨਫੋਰਚੂਨੇਟਲੀ ਹੋ ਵੀ ਜਾਂਦੀ ਹੈ ਤਾਂ ਉਸ ਤੋਂ ਡਰੇ ਨਾ, ਕਿਉਂਕਿ ਹਾਰਟ ਦੀ ਬਿਮਾਰੀ ਇੱਕ ਐਸੀ ਬਿਮਾਰੀ ਹੈ ਜਿਹਦੇ ਇਲਾਜ ਅਖੀਰ ਤੱਕ ਅੱਜ ਤੱਕ ਹੁੰਦੇ ਹਨ। ਅਸੀਂ ਈਵਨ ਉੱਥੋਂ ਤੱਕ ਮਰੀਜ਼ਾਂ ਦੇ ਇਲਾਜ ਕੀਤੇ ਜਾਂਦੇ ਹਨ ਜਿੱਥੇ ਤੱਕ ਮਰੀਜ਼ ਦੇ ਹਾਰਟ ਬਿਲਕੁਲ ਖਤਮ ਹੋ ਚੁੱਕਾ ਹੈ, ਈਵਨ ਕਾਰਡੀਅਕ ਟ੍ਰਾਂਸਪਲਾਂਟੇਸ਼ਨ ਕੀਤੀ ਜਾਂਦੀ ਹੈ, ਤੇ ਇਸ ਮੁਕਾਮ ਤੱਕ ਅਸੀਂ ਇਲਾਜ ਤੱਕ ਪਹੁੰਚ ਗਏ ਹਾਂ। ਤੇ ਇਸ ਕਰਕੇ ਮੇਰੇ ਖਿਆਲ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ, ਬਲਕਿ ਹੌਸਲਾ ਰੱਖਣ ਦੀ ਜ਼ਰੂਰਤ ਹੈ, ਆਪਣੇ ਡਾਕਟਰ ਨੂੰ ਮਿਲਣ ਦੀ ਜ਼ਰੂਰਤ ਹੈ ਤੇ ਉਹਨੂੰ ਇਲਾਜ ਕਰਾਉਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਕਰੋਨਾ ਦੇ ਐਪੀਡੈਮਿਕ ਵਿੱਚ ਡਾਕਟਰਸ ਨੇ, ਸਾਰੇ ਹਿੰਦੁਸਤਾਨ ਦੇ ਡਾਕਟਰਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾ ਕੀਤੀ, ਕੀ ਕਹਿਣਾ ਚਾਹੋਗੇ ਕਿ ਅੱਜ ਤੁਸੀਂ ਸਮਰਪਿਤ ਹੋ ਉਹਨਾਂ ਡਾਕਟਰਸ ਨੂੰ ਔਰ ਉਹ ਪੈਰਾਮੈਡੀਕਲ ਸਟਾਫ ਨੂੰ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਵਿਪਤਾ ਦੀ ਘੜੀ ਦੇ ਵਿੱਚ, ਜਦੋਂ ਕਿ ਆਪਦੇ ਬੰਦੇ ਜਿਹੜੇ ਹੈਗੇ ਉਹ ਵੀ ਸਾਥ ਛੱਡ ਕੇ ਜਾ ਰਹੇ ਸੀਗੇ, ਉਦੋਂ ਇਕੱਲੇ ਡਾਕਟਰ ਸੀਗੇ ਜਿਹੜੇ ਖੜ੍ਹਦੇ ਸੀਗੇ ਲੋਕਾਂ ਦੇ ਲਈ, ਉਹਨਾਂ ਨੂੰ ਜਾਨ ਬਚਾਉਂਦੇ ਸੀ। ਬਿਲਕੁਲ ਠੀਕ ਕਿਹਾ, ਮੈਂ ਤੁਹਾਨੂੰ ਵਧਾਈ ਦਿੰਦਾ ਤੁਹਾਡੇ ਇਸ ਵਿਚਾਰ ਵਾਸਤੇ। ਬਿਲਕੁਲ ਠੀਕ ਤੁਸੀਂ ਇੰਟਰਪ੍ਰੇਟ ਕੀਤਾ ਹੈ। ਡਾਕਟਰ ਹਮੇਸ਼ਾ ਇੱਕ ਐਸੀ ਕੌਮ ਰਹੀ ਹੈ ਜੋ ਆਪਣਾ ਘੱਟ ਸੋਚਦੀ ਹੈ ਔਰ ਦੂਸਰੇ ਬਾਰੇ ਜ਼ਿਆਦਾ ਸੋਚਦੀ ਹੈ। ਇਹੋ ਜਿਹੀ ਸਿਚੁਏਸ਼ਨ ਰੱਬ ਨਾ ਕਿਸੇ ਨੂੰ ਦੇਵੇ, ਲੇਕਿਨ ਇਹੋ ਜਿਹੀ ਘੜੀ ਡਾਕਟਰਾਂ ਦਾ ਇਮਤਿਹਾਨ ਜਿਹੜਾ ਹੈ ਉਹ ਆਇਆ, ਅਸੀਂ ਸਾਰਿਆਂ ਨੇ ਦੇਖਿਆ, ਤੇ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਹੌਸਲੇ ਦੇ ਨਾਲ ਸਾਰੇ ਡਾਕਟਰ, ਛੋਟੇ ਤੋਂ ਛੋਟੇ ਲੈ ਕੇ ਰੈਜ਼ੀਡੈਂਟ ਤੋਂ ਲੈ ਕੇ ਰੈਜ਼ੀਡੈਂਟ ਜਾਂ ਈਵਨ ਜੋ ਟ੍ਰੇਨਿੰਗ ਕਰ ਰਹੇ ਸੀ, ਜਿਹੜੇ ਮੈਡੀਕਲ ਕਾਲਜਿਸ ਦੇ ਵਿੱਚ ਪੜ੍ਹ ਰਹੇ ਸੀ, ਸਭ ਨੇ ਯੋਗਦਾਨ ਦਿੱਤਾ। ਔਰ ਈਵਨ ਜਿਹੜੇ ਸਭ ਤੋਂ ਸੀਨੀਅਰ ਡਾਕਟਰ ਔਰ ਸਭ ਤੋਂ ਐਮੀਨੈਂਟ ਡਾਕਟਰਸ, ਕਈ ਐਮੀਨੈਂਟ ਡਾਕਟਰਸ ਨੇ ਆਪਣੀ ਜਾਨ ਵੀ ਗਵਾਈ ਹੈ, ਮੈਂ ਦੇਖਿਆ ਹੈ ਉਹਦੇ ਵਿੱਚ। ਔਰ ਕਈ ਐਮੀਨੈਂਟ ਡਾਕਟਰਸ, ਕਿਸੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਸਭ ਨੇ ਉਸ ਸਮੇਂ ਇਹਦਾ ਦਿੱਤਾ ਹੈ। ਸ਼ੁਕਰ ਦਾ ਮੈਂ ਰੱਬ ਦਾ ਬਹੁਤ ਬਹੁਤ ਸ਼ੁਕਰ ਕਰਦਾ ਹਾਂ ਕਿ ਸੈਕਿੰਡ ਵੇਵ ਵੀ ਹੁਣ ਬਹੁਤ ਨੱਪੀ ਗਈ ਹੈ, ਆਲਮੋਸਟ ਅਸੀਂ ਜਿੱਤਣ ਦੀ ਕਗਾਰ ਤੇ ਹਾਂ, ਪਰ ਹਾਲੇ ਥੋੜ੍ਹੀਆਂ ਪ੍ਰੀਕਾਸ਼ਨਸ ਰੱਖਣ ਦੀ ਜ਼ਰੂਰਤ ਹੈ। ਥੋੜ੍ਹਾ ਜਿਹਾ ਪ੍ਰੀਕਾਸ਼ਨਸ ਰੱਖਾਂਗੇ ਤਾਂ ਥਰਡ ਵੇਵ ਤੋਂ ਬਚਿਆ ਜਾ ਸਕਦਾ ਹੈ। ਵੈਕਸੀਨੇਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ, ਹਰ ਕੋਈ ਬਿਨਾਂ ਡਰ ਤੋਂ ਵੈਕਸੀਨੇਸ਼ਨ ਕਰਾਈ ਜਾਵੇ।